ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਸੋਹਣਾ ਮੌਸਮ ਰਿਹਾ। ਤਾਪਮਾਨ ਦਿਨ ਦੇ ਵੇਲੇ ਪੰਜਾਬ ਦੇ ਵਿੱਚ 22 ਤੋਂ 23 ਡਿਗਰੀ ਤੱਕ ਨੋਟ ਕੀਤਾ ਗਿਆ। ਰਾਤ ਦੇ ਵੇਲੇ ਟੈਂਪਰੇਚਰ ਆ ਜਿਹੜਾ ਉਹ 8 ਤੋਂ ਲੈ ਕੇ 9 ਡਿਗਰੀ ਤੱਕ ਇਹ ਦਰਜ ਕੀਤਾ ਗਿਆ। ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਦਿੱਲੀ, ਹਰਿਆਣਾ ਤੇ ਪੰਜਾਬ ਦਾ ਮੌਸਮ ਸਥਿਰ ਰਹਿਣ ਦੇ ਆਸਾਰ ਹੈਗੇ ਆ। ਬਾਕੀ ਇਹ ਭਵਿੱਖਬਾਣੀ ਕਿੰਨੀ ਕੁ ਸਹੀ ਸਾਬਤ ਹੁੰਦੀ ਆ, ਵਕਤ ਨੇ ਬਿਆਨ ਕਰਨਾ। ਜਿਹੜੀ ਪਹਿਲੀ ਵੱਡੀ ਖਬਰ ਆ ਅੱਜ ਪੰਜਾਬ ਦੀ, ਜਾਂ ਕਹਿ ਲਈਏ ਕਿਸਾਨ ਅੰਦੋਲਨ ਦੀ, ਉਹ ਇਸ ਕਰਕੇ ਬੜੀ ਮਹੱਤਵਪੂਰਨ ਹੈ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਲੋਕ ਸਭਾ ਦੇ ਵਿੱਚ ਦਿੱਤੇ ਗਏ ਭਾਸ਼ਣ ਤੋਂ ਬਾਅਦ ਇਹ ਗੱਲ ਬੜੀ ਸਾਫ਼ ਜੀ ਹੋ ਗਈ ਜਾਪਦੀ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ। ਕੇਂਦਰ ਦੀ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਖੇਤੀ ਕਾਨੂੰਨ ਰੱਦ ਕਰੇ ਤੋਂ ਬਿਨਾਂ ਹੋਰ ਕੁਝ ਵੀ ਕਰ ਸਕਦੇ ਹਾਂ। ਇਹ ਗੱਲ ਵੈਸੇ ਤਾਂ ਵੱਖ-ਵੱਖ ਮੀਟਿੰਗਾਂ ਦੇ ਵਿੱਚ ਹੋਈ ਹੈ, ਪਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਅੰਦੋਲਨ ਜੀਵੀ ਸ਼ਬਦ ਫਿਰ ਵਾਰ-ਵਾਰ ਵਰਤਿਆ ਗਿਆ, ਜਿਵੇਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਉਹ ਵੇਲਾ ਨਹੀਂ ਜਦੋਂ ਪੁੱਛ ਕੇ ਕਾਨੂੰਨ ਬਣਾਏ ਜਾਣ, ਉਹ ਵੇਲਾ ਲੱਦ ਗਿਆ, ਉਹ ਵੇਲਾ ਚਲਾ ਗਿਆ। ਜਿਵੇਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਕਤ ਪੰਜਾਬ ਦੇ ਕਿਸਾਨਾਂ ਨੂੰ, ਕੁਝ ਕੁ ਹੋਰ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ। ਜਿਵੇਂ ਉਹ ਇਹ ਗੱਲ ਕਹਿ ਰਹੇ ਆ ਕਿ ਅਸੀਂ ਤਾਂ ਆਮਦਨ ਵਧਾਉਣੀ ਹੀ ਚਾਹੁੰਦੇ ਆ। ਜਿਵੇਂ ਉਹ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਜਿਹੜੇ ਮੋਬਾਈਲ ਟਾਵਰ ਤੋੜੇ ਗਏ ਆ, ਇਹਦੇ ਨਾਲ ਕਿਹੜੀ ਕਿਸਾਨੀ ਮੰਗ ਪੂਰੀ ਹੁੰਦੀ ਹੈ। ਜਿਵੇਂ ਉਹਨਾਂ ਨੇ ਇਹ ਗੱਲ ਕਹੀ ਆ ਲੋਕ ਸਭਾ ਦੇ ਵਿੱਚ ਕਿ ਟੋਲ ਪਲਾਜ਼ਿਆਂ ਨੂੰ ਬੰਦ ਕਰ ਦਿੱਤਾ ਗਿਆ, ਇਹਦੇ ਨਾਲ ਕਿਹੜੇ ਕਿਸਾਨੀ ਦੇ ਮਸਲੇ ਹੱਲ ਹੁੰਦੇ ਆ। ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਇਹ ਗੱਲ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਕੇਂਦਰ ਦੀ ਸਰਕਾਰ, ਭਾਰਤ ਦੇ ਪ੍ਰਧਾਨ ਮੰਤਰੀ ਆ ਜਿਹੜੇ, ਉਹ ਇਸ ਵਕਤ ਖੇਤੀ ਕਾਨੂੰਨ ਰੱਦ ਕਰਨੇ ਰੌਂ ਦੇ ਵਿੱਚ ਨਹੀਂ ਆ। ਉਹ ਕੱਲ੍ਹ ਲੋਕ ਸਭਾ ਦੇ ਵਿੱਚ ਇਸੇ ਗੱਲ ਦੇ ਉੱਤੇ ਜ਼ੋਰ ਦੇ ਗਏ ਆ ਕਿ ਆਪ ਕਾਨੂੰਨ ਕੇ ਕਲਰ ਕੇ ਬਾਰੇ ਮੈਂ ਬਾਤ ਕਰਤੇ ਹੋ। ਉਹਨਾਂ ਦੇ ਕਹਿਣ ਦਾ ਭਾਵ ਸੀਗਾ ਕਿ ਕਾਨੂੰਨ ਕਾਲੇ ਆ ਜਾਂ ਚਿੱਟੇ ਆ, ਇਸ ਮਸਲੇ ਦੇ ਵਿੱਚ ਉਲਝੇ ਪਏ ਆ। ਜਦੋਂ ਪ੍ਰਧਾਨ ਮੰਤਰੀ ਨੇ ਸਿਫਤਾਂ ਕਰਨੀਆਂ ਸ਼ੁਰੂ ਕੀਤੀਆਂ ਖੇਤੀ ਕਾਨੂੰਨ ਦੀਆਂ, ਤਾਂ ਉਸ ਤੋਂ ਬਾਅਦ ਕਾਂਗਰਸੀ ਵਾਕਆਊਟ ਕਰ ਗਏ। ਤੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਇਹ ਕਾਂਗਰਸੀ ਆ, ਇਹ ਤਾਂ ਅਸਲ ਦੇ ਵਿੱਚ ਕਨਫਿਊਜ਼ ਆ। ਇਹ ਕਨਫਿਊਜ਼ਡ ਲੋਕਾਂ ਦੀ ਪਾਰਟੀ ਬਣ ਗਈ ਹੈ। ਨਾ ਇਹਨਾਂ ਨੂੰ ਪਾਰਲੀਮੈਂਟ ਦੇ ਅੰਦਰ ਕੀ ਕਰਨਾ ਇਸ ਗੱਲ ਦਾ ਪਤਾ ਲੱਗਦਾ ਹੈ, ਨਾ ਬਾਹਰ ਜਾ ਕੇ ਕੀ ਕਰਨਾ ਇਸ ਗੱਲ ਦਾ ਪਤਾ ਲੱਗਦਾ ਹੈ। ਚਲੋ, ਇਹ ਤਾਂ ਰਾਜਨੀਤਿਕ ਲੋਕਾਂ ਦੀਆਂ ਗੱਲਾਂ, ਇਹਦੇ ਉੱਤੇ ਬਹੁਤਾ ਅਮਲ ਨਹੀਂ ਕਰਨਾ ਚਾਹੀਦਾ। ਕਾਂਗਰਸੀਆਂ ਨੇ ਅਕਾਲੀਆਂ ਬਾਰੇ, ਅਕਾਲੀਆਂ ਨੇ ਆਮ ਆਦਮੀ ਪਾਰਟੀ ਬਾਰੇ, ਆਮ ਆਦਮੀ ਪਾਰਟੀ ਨੇ ਕਿਸੇ ਹੋਰ ਦੇ ਬਾਰੇ, ਭਾਜਪਾ ਨੇ ਕਿਸੇ ਹੋਰ ਦੇ ਬਾਰੇ ਇਹੋ ਜਿਹੀਆਂ ਗੱਲਾਂ ਕਹਿਣੀਆਂ ਹੁੰਦੀਆਂ। ਪਰ ਕੀ ਖੇਤੀ ਕਾਨੂੰਨ ਰੱਦ ਹੋਣਗੇ? ਤੇ ਜੇਕਰ ਨਹੀਂ ਹੁੰਦੇ ਤਾਂ ਫਿਰ ਕਿੰਨੀ ਦੇਰ ਤੱਕ ਹੋਰ ਕਿਸਾਨ ਅੰਦੋਲਨ ਚੱਲੂਗਾ? ਇਹਦੇ ਵੱਲ ਸਭ ਦਾ ਧਿਆਨ ਟਿਕਿਆ ਹੋਇਆ। ਕਿਸਾਨਾਂ ਦੇ ਵੱਲੋਂ ਬਹੁਤ ਵੱਡੇ ਹੋਰ ਵੀ ਫੈਸਲੇ ਕੀਤੇ ਗਏ ਆ। ਤੇ ਅੱਜ ਪੰਜਾਬ ਦੇ ਵਿੱਚ ਜਗਰਾਓਂ ਦੀ ਦਾਣਾ ਮੰਡੀ ਦੇ ਵਿੱਚ ਬਹੁਤ ਵੱਡੀ ਮਹਾਂ ਪੰਚਾਇਤ ਹੋਣੀ ਆ। ਮੰਨਿਆ ਜਾ ਰਿਹਾ ਕਿ ਇਹਦੇ ਵਿੱਚ ਹਜ਼ਾਰਾਂ ਲੋਕਾਂ ਦਾ ਇਕੱਠ ਹੋਣਾ। ਰਾਜਸਥਾਨ, ਯੂਪੀ ਤੇ ਹਰਿਆਣੇ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕਿਸਾਨ ਇਕੱਠ ਹੋਣ ਲੱਗੇ ਆ, ਜਿਹਦੇ ਕਰਕੇ ਕੇਂਦਰ ਦੀ ਸਰਕਾਰ ਨੂੰ ਤਾਪ ਚੜ੍ਹਿਆ ਹੋਇਆ। ਭਾਵੇਂ ਕਿ ਉਹ ਮੰਨ ਕੇ ਰਾਜ਼ੀ ਨਹੀਂ, ਪਰ ਫਿਰ ਵੀ ਉਹਨਾਂ ਨੂੰ ਇਹ ਜਾਪਦਾ ਵੀ ਕਿਤੇ ਜਿਹੜੀ ਇਹ ਲਾਮਬੰਦੀ ਹੋ ਰਹੀ ਹੈ ਵੱਖ-ਵੱਖ ਸੂਬਿਆਂ ਦੇ ਵਿੱਚ, ਇਹ ਸਾਡੇ ਲਈ ਭਵਿੱਖੀ ਤੌਰ ਦੇ ਉੱਤੇ ਨੁਕਸਾਨਦਾਇਕ ਸਾਬਤ ਨਾ ਹੋਵੇ। ਪਰ ਸਾਰਾ ਕੁਝ ਮਹਿਸੂਸ ਕਰਨ ਦੇ ਬਾਵਜੂਦ ਇੱਕੋ ਗੱਲ ਦੇ ਉੱਤੇ ਰੱਟ ਫੇਰ ਲੱਗੀ ਹੋਈ ਹੈ, ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਤੇ ਜੇਕਰ ਤੁਹਾਨੂੰ ਕੁਝ ਗਲਤ ਲੱਗਦਾ ਹੈ ਤਾਂ ਅਸੀਂ ਉਹਦੇ ਵਿੱਚ ਸੋਧ ਕਰ ਸਕਦੇ ਹਾਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਲੰਘੇ ਕੱਲ੍ਹ ਲੋਕ ਸਭਾ ਦੇ ਵਿੱਚ ਭਾਸ਼ਣ ਦੇ ਮੌਕੇ ਪ੍ਰਧਾਨ ਮੰਤਰੀ ਮੋਦੀ ਕਈ ਵਾਰ ਵਿਅੰਗਾਤਮਕ ਵੀ ਹੋਏ, ਕਈ ਵਾਰ ਉਹ ਤਲਖ ਵੀ ਹੋਏ ਤੇ ਕਈ ਵਾਰ ਹਮਲਾਵਰ ਰੁਖ ਵੀ ਅਪਣਾਇਆ। 93 ਮਿੰਟ ਦੇ ਭਾਸ਼ਣ ਦੇ ਵਿੱਚ ਉਹਨਾਂ ਨੇ 60 ਮਿੰਟ ਕਿਸਾਨਾਂ ਅੰਦੋਲਨ, ਖੇਤੀ ਖੇਤਰ ਦੇ ਸੁਧਾਰ ਤੇ ਖੇਤੀ ਕਾਨੂੰਨ ਦੇ ਉੱਤੇ ਗੱਲ ਕੀਤੀ ਹੈ। ਬਾਕੀ ਵਕਤ ਸਰਕਾਰੀ ਗੱਲਾਂ ਤੇ ਬਿਆਨਾਂ ਦੇ ਵਿੱਚ ਉਲਝਦੇ ਹੋਏ ਦਿਸੇ। ਇਸ ਦੌਰਾਨ 10 ਵਾਰ ਹੰਗਾਮਾ ਹੋਇਆ। ਭਾਸ਼ਣ ਸ਼ੁਰੂ ਹੋਣ ਤੋਂ 45 ਮਿੰਟ ਬਾਅਦ ਕਾਂਗਰਸ ਕੁਰਸੀਆਂ ਖਾਲੀ ਕਰਕੇ ਚਲੀ ਗਈ, ਯਾਨੀ ਕਿ ਕਾਂਗਰਸੀ ਲੋਕ ਸਭਾ ਮੈਂਬਰ ਚਲੇ ਗਏ। ਮੌਕਾ ਸੀ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਧੰਨਵਾਦ ਪ੍ਰਸਤਾਵ ਦੇ ਮੌਕੇ ਦਾ। ਇੱਥੇ ਵੀ ਦੱਸਣਾ ਬਣਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਫਿਰ ਕਿਹਾ, ਅੰਦੋਲਨ ਪਵਿੱਤਰ ਹੈ, ਪਰ ਜਦੋਂ ਅੰਦੋਲਨ ਜੀਵੀ ਪਵਿੱਤਰ ਅੰਦੋਲਨ ਦੇ ਵਿੱਚ ਆਪਣੇ ਫਾਇਦੇ ਦੇ ਲਈ ਉਹਨੂੰ ਬਰਬਾਦ ਕਰਨ ਨਿਕਲਦੇ ਨੇ ਤਾਂ ਕੀ ਹੁੰਦਾ? ਦੰਗਾਬਾਜ਼, ਸੰਪਰਦਾਇਵਾਦੀ ਤੇ ਨਕਸਲਵਾਦੀ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਹੈ, ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਦੀ ਮੁਕਤੀ ਦੀ ਮੰਗ ਕਰਨਾ ਕਿੱਥੋਂ ਤੱਕ ਸਹੀ ਹੈ? ਕੀ ਟੋਲ ਪਲਾਜ਼ਾ ਤੋੜਨ ਤੇ ਟੈਲੀਕਾਮ ਟਾਵਰ ਤੋੜਨ ਵਰਗੇ ਤਰੀਕੇ ਪਵਿੱਤਰ ਅੰਦੋਲਨ ਨੂੰ ਅਪਵਿੱਤਰ ਕਰਨ ਦਾ ਤਰੀਕਾ ਨਹੀਂ? ਖੇਤੀਬਾੜੀ ਸੁਧਾਰਾਂ ਦਾ ਸਿਲਸਿਲਾ ਜ਼ਰੂਰੀ ਹੈ। ਇਸ ਖੇਤਰ ਦੀਆਂ ਚੁਣੌਤੀਆਂ ਦੇ ਨਾਲ ਅਸੀਂ ਨਿਪਟਣਾ। ਖੇਤੀ ਕਾਨੂੰਨਾਂ ਦੇ ਤਹਿਤ ਕਈ ਹੋਰ ਨਵੇਂ ਪ੍ਰਬੰਧ ਹਾਜ਼ਰ ਨੇ। ਮੈਂ ਹੈਰਾਨ ਹਾਂ ਕਿ ਇੱਕ ਨਵਾਂ ਤਰਕ ਆਇਆ ਕਿ ਅਸੀਂ ਤਾਂ ਇਹ ਚੀਜ਼ ਮੰਗੀ ਨਹੀਂ, ਫਿਰ ਸਾਨੂੰ ਕਿਉਂ ਦਿੰਦੇ ਹੋ? ਲੋਨ ਲੈਣਾ ਜਾਂ ਨਹੀਂ, ਇਹ ਤੁਹਾਡੇ 'ਤੇ ਨਿਰਭਰ ਹੈ। ਇਹ ਕੰਪਲਸਰੀ ਨਹੀਂ ਹੈ। ਜਿੱਥੇ ਜ਼ਿਆਦਾ ਫਾਇਦਾ ਹੋਵੇ ਉੱਥੇ ਕਿਸਾਨ ਚਲਾ ਜਾਵੇ। ਇਹ ਵਿਵਸਥਾ ਹੋ ਗਈ ਹੈ। ਕੋਈ ਕਿਸਾਨ ਨਾ ਚਾਹੇ ਤਾਂ ਉਹਦੇ ਲਈ ਪੁਰਾਣੀ ਵਿਵਸਥਾ ਹੈ। ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਦੇਸ਼ ਦੇ ਵਿੱਚ ਕੋਈ ਮੰਡੀ ਬੰਦ ਨਹੀਂ ਹੋਈ
ਤੇ ਨਾ ਹੀ MSP ਬੰਦ ਹੋਈ ਹੈ। ਇਹ ਸੱਚਾਈ ਵੀ ਹੈ। MSP ਦੀ ਖਰੀਦ ਵੀ ਕਾਨੂੰਨ ਬਣਨ ਤੋਂ ਬਾਅਦ ਵਧੀ ਹੈ। ਕਿਸਾਨਾਂ ਨੂੰ ਉਹਨਾਂ ਨੇ ਕਿਹਾ ਕਿ ਮੈਂ ਬੇਨਤੀ ਕਰਾਂਗਾ ਕਿ ਆਓ ਮਿਲ ਕੇ ਚਰਚਾ ਕਰਦੇ ਹਾਂ ਤੇ ਬਦਲਾਅ ਕਰਨ ਦੇ ਵਿੱਚ ਸਾਨੂੰ ਕੋਈ ਸੰਕੋਚ ਨਹੀਂ ਹੈ। ਮੋਦੀ ਨੇ ਕਰੋਨਾ ਦੇ ਦੌਰ ਦੇ ਵਿੱਚ ਹੋਏ ਪ੍ਰਬੰਧਾਂ ਦੀ ਗੱਲਬਾਤ ਵੀ ਕੀਤੀ। ਭਾਰਤ ਨੇ ਕਰੋਨਾ ਦੇ ਬਾਵਜੂਦ ਜਨ ਧਨ ਆਧਾਰ ਮੋਬਾਈਲ ਦੇ ਜ਼ਰੀਏ 2 ਲੱਖ ਕਰੋੜ ਰੁਪਈਆ ਲੋਕਾਂ ਤੱਕ ਪਹੁੰਚਾਇਆ। ਆਧਾਰ ਗਰੀਬਾਂ ਦੇ ਕੰਮ ਆਇਆ, ਪਰ ਆਧਾਰ ਨੂੰ ਰੋਕਣ ਦੇ ਲਈ ਕੌਣ ਸੁਪਰੀਮ ਕੋਰਟ ਦੇ ਵਿੱਚ ਗਿਆ ਸੀ? ਕਹਿਣ ਦਾ ਭਾਵ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਕੱਲ੍ਹ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਵੀ ਬੰਨੇ ਤੇ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਲੋਕਾਂ ਦੇ ਵਿੱਚ ਬੈਠੇ ਹੋਏ ਵੱਡੀ ਗਿਣਤੀ ਲੋਕਾਂ ਨੂੰ ਅੰਦੋਲਨ ਜੀਵੀ ਵੀ ਕਿਹਾ, ਜਿਹਦੇ ਉੱਤੇ ਵੱਖ-ਵੱਖ ਕਿਸਾਨ ਆਗੂਆਂ ਦੇ ਵੱਲੋਂ ਇੱਕ ਵਾਰ ਫਿਰ ਇਤਰਾਜ਼ ਜ਼ਾਹਰ ਕੀਤਾ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਪਹਿਲਾਂ ਰਾਜ ਸਭਾ ਦੇ ਵਿੱਚ ਕਿਸਾਨਾਂ ਦੇ ਇੱਕ ਹਿੱਸੇ ਨੂੰ ਅੰਦੋਲਨ ਜੀਵੀ ਕਿਹਾ ਗਿਆ। ਉਸ ਗੱਲ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਕਿਸਾਨ ਆਗੂਆਂ ਨੇ। ਦੇਸ਼ ਦੁਨੀਆ ਦੇ ਵਿੱਚ ਇਹ ਗੱਲ ਉੱਠੀ ਕਿ ਅਸੀਂ ਅੰਦੋਲਨ ਜੀਵੀ ਹੀ ਠੀਕ ਆ, ਪਰ ਸਾਡੇ ਮਸਲੇ ਨੂੰ ਹੱਲ ਕੀਤਾ ਜਾਵੇ। ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ ਤੇ ਇਹ ਲਿਖਿਆ ਕਿ ਅਸੀਂ ਰਕਤ ਜੀਵੀ ਨਹੀਂ ਹਾਂ, ਅਸੀਂ ਦੰਗਾ ਜੀਵੀ ਨਹੀਂ ਹਾਂ, ਅਸੀਂ ਅੰਦੋਲਨ ਜੀਵੀ ਹੀ ਹਾਂ, ਠੀਕ ਹਾਂ, ਤੇ ਤੁਸੀਂ ਸਾਨੂੰ ਜੋ ਮਰਜ਼ੀ ਹੋਰ ਕਹਿ ਲਓ, ਪਰ ਸਾਡੇ ਮਸਲੇ ਦਾ ਹੱਲ ਕਦੋਂ ਕੱਢੋਗੇ ਇਹਦੇ ਬਾਬਤ ਉੱਤਰ ਦੇਣਾ ਚਾਹੀਦਾ। ਲੰਘੇ ਕੱਲ੍ਹ ਵੀ 93 ਮਿੰਟ ਦੇ ਭਾਸ਼ਣ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਨਾ ਤਾਂ ਗੱਲ ਕੀਤੀ ਆ ਉਹਨਾਂ ਕਿਸਾਨਾਂ ਦੇ ਬਾਰੇ ਜਿਹੜੇ ਕਿ ਦਮ ਤੋੜ ਗਏ ਵੱਖ-ਵੱਖ ਬਾਰਡਰਾਂ ਦੇ ਉੱਤੇ। ਹਰ ਰੋਜ਼ ਪੰਜਾਬ ਦੇ ਵੱਲ, ਹਰਿਆਣੇ ਦੇ ਵੱਲ 2 ਤੋਂ ਲੈ ਕੇ 3 ਲਾਸ਼ਾਂ ਬਾਰਡਰ ਤੋਂ ਜਾ ਰਹੀਆਂ, ਪਰ ਇਹਨਾਂ ਲੋਕਾਂ ਦੇ ਬਾਰੇ ਇੱਕ ਵੀ ਸ਼ਬਦ ਪ੍ਰਧਾਨ ਮੰਤਰੀ ਸਾਹਿਬ ਨੇ ਨਾ ਤਾਂ 75 ਮਿੰਟ ਦੇ ਰਾਜ ਸਭਾ ਦੇ ਭਾਸ਼ਣ ਦੇ ਵਿੱਚ ਮੂੰਹੋਂ ਕੱਢਿਆ, ਨਾ ਹੀ 93-94 ਮਿੰਟ ਦੇ ਭਾਸ਼ਣ ਦੇ ਵਿੱਚ ਲੰਘੇ ਕੱਲ੍ਹ ਲੋਕ ਸਭਾ ਦੇ ਵਿੱਚ ਬਾਹਰ ਕੱਢਿਆ। ਆਪਣੇ ਮੂੰਹ ਦੇ ਵਿੱਚੋਂ ਉਹ ਜੇਕਰ ਇਸ ਮੁੱਦੇ ਦੇ ਉੱਤੇ ਗੱਲ ਕਰਦੇ ਤਾਂ ਕਿਸਾਨਾਂ ਨੂੰ ਵੀ ਥੋੜ੍ਹਾ ਜਿਹੀ ਤਸੱਲੀ ਹੁੰਦੀ, ਢਾਰਸ ਹੁੰਦਾ ਕਿ ਸਾਡੇ ਮਸਲਿਆਂ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ, ਪਰ ਉਹ ਅੰਦੋਲਨ ਜੀਵੀ ਸ਼ਬਦ ਦੇ ਉੱਤੇ ਜ਼ੋਰ ਦੇ ਰਹੇ ਆ। ਉਹਨਾਂ ਨੇ ਇਹ ਗੱਲ 2 ਟੁਕ ਕਹਿ ਦਿੱਤੀ ਹੈ ਕਿ ਭਾਈ ਅਸੀਂ ਖੇਤੀ ਕਾਨੂੰਨ ਦੇ ਵਿੱਚ ਸੋਧ ਕਰ ਸਕਦੇ ਹਾਂ ਜੇਕਰ ਤੁਹਾਨੂੰ ਕੁਝ ਗਲਤ ਲੱਗਦਾ ਹੈ, ਤੇ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਕਿ ਕਾਲੇ ਕਾਨੂੰਨ ਕਹਿ ਰਹੇ ਹੋ, ਇਹਦੇ ਵਿੱਚ ਕਾਲਾ ਹੈ ਕੀ? ਜਦ ਕਿ ਕਿਸਾਨ ਆਗੂਆਂ ਨੇ ਗੱਲ ਕਹੀ ਹੈ ਕਿ 11 ਮੀਟਿੰਗਾਂ ਦੇ ਵਿੱਚ ਅਸੀਂ ਤੁਹਾਨੂੰ ਕਾਲਾ ਪਾਣੀ ਤਾਂ ਦਿਖਾਇਆ, ਹੋਰ ਤਾਂ ਅਸੀਂ ਤੁਹਾਨੂੰ ਕੁਝ ਕਿਹਾ ਵੀ ਨਹੀਂ। ਤੁਸੀਂ ਮੀਟਿੰਗ ਕਰਨ ਆਉਂਦੇ ਸੀ, ਅਸੀਂ ਕਹਿੰਦੇ ਸੀ ਵੀ ਆਹ ਗੱਲਾਂ ਗਲਤ ਆ, ਇਸ ਕਰਕੇ ਭਾਈ ਇਹ ਗੱਲਾਂ ਅਸੀਂ ਤੁਹਾਡੀਆਂ ਮੰਨ ਨਹੀਂ ਸਕਦੇ, ਖੇਤੀ ਕਾਨੂੰਨ ਰੱਦ ਕਰੋ, ਤੇ ਹਾਲੇ ਵੀ ਤੁਸੀਂ ਉੱਥੇ ਪਹਿਲੀ ਮੀਟਿੰਗ ਵਾਲੀ ਗੱਲ ਦੇ ਉੱਤੇ ਆਖ ਲੋਨੇ ਹੋ ਵੀ ਇਹ ਤਾਂ ਸਾਰਾ ਕੁਝ ਠੀਕ ਹੈ, ਇਹਦੇ ਵਿੱਚ ਗਲਤ ਕੁਝ ਨਹੀਂ ਗਾ। ਸੋ ਭਾਰਤ ਦੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਕੁੱਲ ਨਿਚੋੜ ਇਹ ਕੱਢਿਆ ਜਾ ਸਕਦਾ ਵੀ ਕੇਂਦਰ ਦੀ ਸਰਕਾਰ ਹਾਲੇ ਤੱਕ ਟਸ ਤੋਂ ਮਸ ਹੋਣ ਵਾਸਤੇ ਤਿਆਰ ਨਹੀਂ ਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਰਾਕੇਸ਼ ਟਕੈਤ ਹੋਰਾਂ ਨੇ, ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ, ਗੁਰਨਾਮ ਸਿੰਘ ਚੜੂਨੀ ਹੋਰਾਂ ਨੇ, ਜੋਗਿੰਦਰ ਸਿੰਘ ਉਗਰਾਹਾਂ ਨੇ, ਡਾਕਟਰ ਦਰਸ਼ਨਪਾਲ ਨੇ ਲੰਘੇ ਕੱਲ੍ਹ ਫੇਰ ਇਹ ਗੱਲ ਕਹੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਅਸੀਂ ਇਹੋ ਜਿਹੇ ਭਾਸ਼ਣ ਦੀ ਆਸ ਨਹੀਂ ਕਰਦੇ, ਪਰ ਜੇਕਰ ਉਹ ਇਸ ਜਿੱਦ ਦੇ ਉੱਤੇ ਆ ਕਿ ਅਸੀਂ ਤਾਂ ਭਾਈ ਗੱਲ ਮੰਨਣੀ ਹੀ ਨਹੀਂ, ਤਾਂ ਫਿਰ ਕੋਈ ਗੱਲ ਨਹੀਂ, ਅਸੀਂ ਵੀ ਅਕਤੂਬਰ ਤੱਕ ਇਸ ਅੰਦੋਲਨ ਦੀ ਤਿਆਰੀ ਵਿੱਢੀ ਹੋਈ ਹੈ। ਅੰਦੋਲਨ ਇਹ ਅਕਤੂਬਰ ਤੱਕ ਚੱਲੂਗਾ। ਉਸ ਤੋਂ ਅਗਲੀ ਗੱਲ ਇਹ ਹੈ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਕਿਸਾਨ ਅੰਦੋਲਨ ਨੂੰ ਹੁਣ ਹੁੰਗਾਰਾ ਮਿਲ ਰਿਹਾ, ਕਿਉਂਕਿ ਲੰਘੇ ਕੱਲ੍ਹ ਵੀ ਬਾਲੀਵੁੱਡ ਤੇ ਪੋਲੀਵੁੱਡ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਗਾਜ਼ੀਪੁਰ ਬਾਰਡਰ ਦੇ ਉੱਤੇ ਗਏ ਆ। ਉੱਥੇ ਬੱਬੂ ਮਾਨ ਹੋਰੀ ਵੀ ਗਏ ਅਤੇ ਕਈ ਹੋਰ ਚਹੇਤੇ ਕਲਾਕਾਰ ਵੀ ਗਏ ਲੋਕਾਂ ਦੇ। ਮਤਲਬ ਇਹ ਆ ਕਿ ਹਰ ਵਰਗ ਦੇ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਸਮਰਥਨ ਦਿੱਤਾ ਜਾ ਰਿਹਾ। ਹੁਣ ਜਦੋਂ ਅੰਦੋਲਨ ਜੀਵੀ ਸ਼ਬਦ ਦੀ ਗੱਲ ਚੱਲਦੀ ਹੈ ਤਾਂ ਫਿਰ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਵੀ ਤੁਸੀਂ ਕਹਿੰਦੇ ਹੋ ਕਿ ਅੰਦੋਲਨ ਜੀਵੀਆਂ ਨੇ ਪਵਿੱਤਰ ਅੰਦੋਲਨ ਨੂੰ ਢਾਹ ਲਾ ਦਿੱਤੀ ਆ। ਕਿਸਾਨ ਅੰਦੋਲਨ ਬੜਾ ਪਵਿੱਤਰ ਸੀ, ਇਹਦੇ ਵਿੱਚ ਅੰਦੋਲਨ ਜੀਵੀ ਵੜ ਗਏ, ਉਹਨਾਂ ਨੇ ਇਹਨੂੰ ਢਾਹ ਲਾਤੀ ਹੈ। ਪਰ ਕੀ BJP ਦੇ ਉਹਨਾਂ ਨੇਤਾਵਾਂ ਨੇ, ਉਹਨਾਂ ਮੰਤਰੀਆਂ ਨੇ, ਗੋਦੀ ਮੀਡੀਆ ਦੇ ਉਹਨਾਂ ਅੰਗਾਂ ਨੇ ਢਾਹ ਨਹੀਂ ਲਾਈ ਜਿਨ੍ਹਾਂ ਨੇ ਕਿਸਾਨਾਂ ਨੂੰ ਅੱਤਵਾਦੀ ਆਖਿਆ, ਜਿਨ੍ਹਾਂ ਨੇ ਨਕਸਲਵਾਦੀ ਆਖਿਆ, ਜਿਨ੍ਹਾਂ ਨੇ ਖਾਲਿਸਤਾਨੀ ਆਖਿਆ, ਜਿਨ੍ਹਾਂ ਨੇ ਫੰਡੀਆਂ ਵਾਲੇ ਆਖਿਆ? ਇਹਦੇ ਬਾਬਤ ਵੀ ਪ੍ਰਧਾਨ ਮੰਤਰੀ ਨੂੰ ਗੱਲ ਕਰਨੀ ਚਾਹੀਦੀ ਸੀ, ਪਰ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਗੱਲ ਨਹੀਂ ਕੀਤੀ। ਜਿਵੇਂ ਕਿ ਆਮ ਤੌਰ ਦੇ ਉੱਤੇ ਲੰਮੀਆਂ ਚੌੜੀਆਂ ਗੱਲਾਂ ਕਰਨੀਆਂ ਹੁੰਦੀਆਂ, 93-94 ਮਿੰਟ ਦੇ ਵਿੱਚ ਕੱਲ੍ਹ ਵੀ ਹੋਈਆਂ, ਇਸ ਤੋਂ ਪਹਿਲਾਂ 75 ਮਿੰਟ ਦੇ ਵਿੱਚ ਰਾਜ ਸਭਾ ਦੇ ਵਿੱਚ ਵੀ ਹੋਈਆਂ। ਸੋ ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਹੈ ਵੀ ਇੱਕ ਪਾਸੇ ਦੇਸ਼ ਦੇ ਲੋਕ ਮਰ ਰਹੇ ਹੋਣ, ਕਿਸਾਨ ਮਰ ਰਹੇ ਹੋਣ, ਦੂਜੇ ਪਾਸੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦਬਾਅ ਬਣ ਰਿਹਾ ਹੋਵੇ, ਤੇ ਤੀਜੇ ਪਾਸੇ ਕੇਂਦਰ ਦੀ ਸਰਕਾਰ ਫਿਰ ਵੀ ਟਸ ਤੋਂ ਮਸ ਨਾ ਹੁੰਦੀ ਹੋਵੇ, ਤਾਂ ਫਿਰ ਕਿਹਨੂੰ ਕਹੀਏ ਵੀ ਚੰਗਾ ਤੇ ਕਿਹਨੂੰ ਕਹੀਏ ਮਾੜਾ? ਰਾਜਨੀਤੀ ਕਰਨ ਵਾਲਿਆਂ ਨੇ ਰਾਜਨੀਤੀ ਕਰਨੀ ਆ। ਅਸੀਂ ਰਾਜਨੀਤਿਕ ਪਾਰਟੀਆਂ ਦੇ ਮਸਲੇ ਦੇ ਵਿੱਚ ਪੈਂਦੇ ਹੀ ਨਹੀਂ, ਪਰ ਜਿਨ੍ਹਾਂ ਦੇ ਉੱਤੇ ਸਾਨੂੰ ਇਤਰਾਜ਼ ਹੋ ਸਕਦਾ ਉਹਦੇ ਉੱਤੇ ਤਾਂ ਕਰਨਾ ਚਾਹੀਦਾ। ਭਾਰਤ ਦੇ ਪ੍ਰਧਾਨ ਮੰਤਰੀ ਨੇ ਗੱਲ ਕਹੀ ਹੈ ਵੀ ਵਾਰ-ਵਾਰ ਕਹਿੰਦੇ ਵੀ ਅਸੀਂ ਕਾਨੂੰਨ ਮੰਗੇ ਨਹੀਂ ਸੀ, ਸਾਨੂੰ ਕਿਹੜੀ ਗੱਲੋਂ ਥੋਪੇ ਜਾ ਰਹੇ ਆ, ਕਿਹੜੀ ਗੱਲੋਂ ਦਿੱਤੇ ਜਾ ਰਹੇ ਆ। ਉਹਨਾਂ ਨੇ ਉਦਾਹਰਨ ਦਿੱਤੀ, ਕਹਿੰਦੇ ਜੀ ਦੇਖੋ ਅਸੀਂ ਗਰੀਬਾਂ ਦੇ ਲਈ ਟੋਇਲਟਾਂ ਬਣਾਈਆਂ, ਉਹਨਾਂ ਨੇ ਕਿਹੜਾ ਟੋਇਲਟਾਂ ਮੰਗੀਆਂ ਸੀ, ਫਿਰ ਵੀ ਅਸੀਂ ਬਣਾ ਕੇ ਦਿੱਤੀਆਂ।
ਅਸੀਂ ਜਨਧਨ ਖਾਤੇ ਖੋਲ੍ਹੇ ਆ, ਉਹ ਕਿਹੜਾ ਮੰਗੇ ਸੀ ਗਰੀਬਾਂ ਦੇ, ਅਸੀਂ ਫੇਰ ਵੀ ਖੁਲਵਾ ਦਿੱਤੇ ਆ। ਅਸੀਂ ਆਯੁਸ਼ਮਾਨ ਸਕੀਮ ਲੈ ਕੇ ਆਏ ਆ, ਉਹ ਕਿਹੜਾ ਮੰਗੀ ਸੀ, ਅਸੀਂ ਫੇਰ ਵੀ ਲਾਗੂ ਕਰ ਦਿੱਤੀ ਹੈ। ਮਤਲਬ ਇਹ ਆ ਕਿ ਪਹਿਲਾਂ ਦੀਆਂ ਸਕੀਮਾਂ ਦੀ ਤੁਲਨਾ ਹੁਣ ਖੇਤੀ ਕਾਨੂੰਨ ਦੇ ਨਾਲ ਜੋੜ ਕੇ ਪੇਸ਼ ਕੀਤੀਆਂ ਜਾ ਰਹੀਆਂ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਟਾਇਲਟ ਬਣਾਉਣ ਦੇ ਨਾਲ ਕਿਸੇ ਦਾ ਨੁਕਸਾਨ ਕੋਈ ਨਹੀਂ ਹੋਇਆ, ਜਨਧਨ ਖਾਤਾ ਖੋਲ੍ਹਣ ਦੇ ਨਾਲ ਕਿਸੇ ਨੂੰ ਨੁਕਸਾਨ ਨਹੀਂ ਹੋਇਆ। ਉਹ ਸਾਰਾ ਕੁਝ ਸੀਗਾ ਜਿਹੜਾ ਉਹ ਲੋਕਾਂ ਨੂੰ ਦੇਣ ਵਾਲਾ ਸੀ। ਇੱਥੇ ਲੋਕਾਂ ਦੇ ਕੋਲੋਂ ਖੋਹਣ ਵਾਲੀ ਗੱਲ ਹੈ। ਖੇਤੀ ਕਾਨੂੰਨ ਆ ਜਿਹੜੇ ਉਹ ਇਸ ਕਰਕੇ ਖੋਹਣ ਵਾਲੀ ਗੱਲ ਹੈ ਕਿਉਂਕਿ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਦਾ ਦੋਸ਼ ਲੱਗ ਰਿਹਾ। ਇਸ ਮਾਮਲੇ ਦੇ ਉੱਤੇ ਨਾ ਕੋਈ ਕੇਂਦਰ ਦਾ ਮੰਤਰੀ, ਨਾ ਕੋਈ ਛੋਟਾ ਵੱਡਾ ਅਧਿਕਾਰੀ ਸਫਾਈ ਦੇ ਰਿਹਾ। ਜੇਕਰ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਕਿ MSP ਪਹਿਲਾਂ ਵੀ ਜਾਰੀ ਸੀ, ਹੁਣ ਵੀ ਜਾਰੀ ਹੈ ਤੇ ਭਵਿੱਖ 'ਚ ਵੀ ਰਹੂਗੀ, ਤਾਂ ਕਿਸਾਨ ਆਗੂਆਂ ਨੇ ਕਿਹਾ ਕਿ ਫਿਰ ਇਸ ਗੱਲ ਦੀ ਲਿਖਤੀ ਤੌਰ ਦੇ ਉੱਤੇ ਗਰੰਟੀ ਦੇਣ ਦਾ ਕੀ ਇਤਰਾਜ਼ ਹੈ। ਸੋ ਇਸ ਮਾਮਲੇ ਦੇ ਉੱਤੇ ਕੋਈ ਤਰਕ ਦੇ ਨਾਲ ਉੱਤਰ ਦਿੱਤਾ ਨਹੀਂ ਜਾ ਰਿਹਾ ਤੇ ਗੱਲ ਮੁੜ ਘੜ ਕੇ ਉੱਥੇ ਹੀ ਲਿਆਂਦੀ ਜਾਂਦੀ ਹੈ ਕੇਂਦਰ ਦੇ ਮੰਤਰੀਆਂ ਦੇ ਵੱਲੋਂ। ਕਿਸਾਨਾਂ ਦੇ ਵੱਲੋਂ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਕਤ ਹੋਰ ਤੇਜ਼ ਕਰਨਾ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਵੀ ਹੈ ਕਿਉਂਕਿ ਇਸ ਵਕਤ ਹੁਕਮਰਾਨ ਜਮਾਤ ਆ ਜਿਹੜੀ ਉਹਨੂੰ ਇਸ ਗੱਲ ਦੀ ਲੋੜ ਨਹੀਂ ਮਹਿਸੂਸ ਹੋ ਰਹੀ ਕਿ ਅਸੀਂ ਕਿਸਾਨਾਂ ਦੇ ਮੂਹਰੇ ਝੁਕ ਗਏ। ਬਹੁਤ ਸਾਰੇ BJP ਦੇ ਮੰਤਰੀ ਇਹੋ ਜਿਹੇ ਆ ਜਿਹੜੇ ਇਹ ਗੱਲ ਹੁਣ ਤੋਂ ਪਹਿਲਾਂ ਕਈ ਵਾਰੀ ਕਹਿ ਚੁੱਕੇ ਆ ਕਿ ਜੇਕਰ ਅਸੀਂ ਹੁਣ ਝੁਕੇ ਤਾਂ ਫਿਰ ਸਾਨੂੰ ਕਈ ਹੋਰ ਥਾਵਾਂ ਦੇ ਉੱਤੇ ਵੀ ਝੁਕਣਾ ਪੈਣਾ, ਕਿਉਂਕਿ ਉਹਨਾਂ ਨੇ ਇੱਕ ਮੰਤਰੀ ਨੇ ਤਾਂ ਇਹ ਵੀ ਗੱਲ ਕਹੀ ਸੀ ਪਿੱਛੇ ਜਿਹੇ ਕਿ ਜੇਕਰ ਅਸੀਂ ਹੁਣ ਲਿਫ ਗਏ ਤਾਂ ਉਸ ਤੋਂ ਬਾਅਦ ਸਾਨੂੰ ਧਾਰਾ 370 ਦੇ ਮਾਮਲੇ 'ਚ ਵੀ ਲਿਖਣਾ ਪੈ ਸਕਦਾ। ਫਿਰ ਸਾਨੂੰ ਜਿਹੜੇ ਬਣਾਏ ਗਏ ਸੀ, ਅਸੀਂ ਹੋਰ ਕਾਨੂੰਨ ਬਣਾਏ ਸੀਗੇ NRC ਵਾਲੇ, ਤੇ ਉਸ ਮਾਮਲੇ ਦੇ ਵਿੱਚ ਵੀ ਝੁਕਣਾ ਪੈ ਸਕਦਾ। ਸੋ ਇਸ ਕਰਕੇ ਜੀ ਅਸੀਂ ਹੁਣ ਝੁਕਣਾ ਨਹੀਂ, ਪਰ ਇਸ ਨਾ ਝੁਕਣ ਵਾਲੀ ਗੱਲ ਦੇ ਕਰਕੇ, ਇਸ ਅੜੀਅਲ ਰਵੱਈਏ ਦੇ ਕਰਕੇ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕਿਸਾਨ ਅੰਦੋਲਨ ਸਿਖਰਾਂ ਛੂਹਦਾ ਜਾ ਰਿਹਾ। ਹੁਣ ਜਿਵੇਂ ਅੱਜ ਪੰਜਾਬ ਦੇ ਵਿੱਚ ਜਗਰਾਓ ਦੇ ਵਿੱਚ ਮਹਾਂ ਪੰਚਾਇਤ ਹੋਣੀ ਹੈ, ਆਸ ਹੈ ਇਸ ਗੱਲ ਦੀ ਕਿ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਣਗੇ। ਹਰਿਆਣੇ ਦੇ ਤੇ ਉੱਤਰ ਪ੍ਰਦੇਸ਼ ਦੇ ਲੋਕ ਆ ਜਿਹੜੇ ਆਪ ਮੁਹਾਰੇ ਵਹੀਰਾਂ ਕੱਤ ਕੇ ਇਸ ਮਹਾਂ ਪੰਚਾਇਤ ਦੇ ਵਿੱਚ ਪਹੁੰਚ ਰਹੇ ਆ। ਜਿਹੜੇ ਇਹ ਇਕੱਠ ਹੈ ਇਹ ਸਰਕਾਰ ਦੀ ਹਿੱਕ ਦੇ ਉੱਤੇ ਦੀਵਾ ਬਾਲਣ ਦਾ ਕੰਮ ਕਰ ਰਹੇ ਆ। ਸਰਕਾਰ ਨੂੰ ਇਸ ਗੱਲ ਦਾ ਅੰਦਰ ਖਾਤੇ ਡਰ ਵੀ ਪਿਆ ਕਿ ਭਾਈ ਸਾਡਾ ਭਵਿੱਖ ਦੇ ਵਿੱਚ ਕੋਈ ਹੋਰ ਵੱਡਾ ਨੁਕਸਾਨ ਨਾ ਹੋ ਜੇ, ਪਰ ਹਾਲ ਦੀ ਘੜੀ ਸਰਕਾਰ ਇਸ ਗੱਲ ਦਾ ਪ੍ਰਗਟਾਵਾ ਨਹੀਂ ਕਰਕੇ ਰਾਜੀ। ਪਰ ਕਿਸਾਨ ਆਗੂਆਂ ਦੇ ਵੱਲੋਂ ਬਹੁਤ ਵੱਡੇ ਹੋਰ ਵੀ ਐਲਾਨ ਕਰ ਦਿੱਤੇ ਗਏ ਆ ਕਿ 12 ਫਰਵਰੀ ਤੋਂ ਬਿਲਕੁਲ ਉਸੇ ਤਰਜ਼ ਦੇ ਉੱਤੇ ਰਾਜਸਥਾਨ ਦੇ ਟੋਲ ਪਲਾਜ਼ੇ ਵੀ ਪੱਕੇ ਤੌਰ ਤੇ ਬੰਦ ਕਰਵਾ ਦਿੱਤੇ ਜਾਣਗੇ ਜਿਵੇਂ ਕਿ ਪੰਜਾਬ ਤੇ ਹਰਿਆਣੇ ਦੇ ਵਿੱਚ ਕਰਵਾਏ ਗਏ ਆ। ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਗਈ ਹੈ ਕਿ ਬਾਰਡਰ ਦੇ ਉੱਤੇ ਸ਼ਹੀਦ ਹੁੰਦੇ ਜਿਹੜੇ ਫੌਜੀ ਜਵਾਨ ਆ ਉਹਨਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਾਂਗੇ ਤੇ ਕੁਝ ਕੁ ਹੋਰ ਮਹਾਂ ਪੰਚਾਇਤਾਂ ਦੇ ਪ੍ਰੋਗਰਾਮ ਵੀ ਨਵੇਂ ਉਲੀਕੇ ਗਏ ਆ। ਭਰੋਸੇਯੋਗ ਸੂਤਰ ਇਹ ਗੱਲ ਦੱਸਦੇ ਆ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ 1.5 ਦੀ ਥਾਂ ਦੇ ਉੱਤੇ 3 ਸਾਲ ਤੱਕ ਖੇਤੀ ਕਾਨੂੰਨ ਰੱਦ ਕਰਨ ਦੀ ਤਜਵੀਜ਼ ਲਿਆਂਦੀ ਗਈ ਹੈ। ਹਾਲਾਂਕਿ ਇਹ ਗੱਲ ਨਸ਼ਰ ਹੋਣੀ ਬਾਕੀ ਹੈ, ਪਰ ਭਰੋਸੇਯੋਗ ਸੂਤਰਾਂ ਨੇ ਗੱਲ ਕਹੀ ਹੈ ਵੀ ਕੇਂਦਰ ਦੀ ਸਰਕਾਰ ਨੇ ਇੱਕ ਪ੍ਰਸਤਾਵ ਰੱਖਿਆ ਅੰਦਰ ਖਾਤੇ ਜਿਹੜਾ ਕਿ ਹਾਲੇ ਬਾਹਰ ਮੁਖੀ ਬਹੁਤਾ ਨਹੀਂ ਹੋਇਆ ਕਿ 3 ਸਾਲ ਦੇ ਲਈ ਅਸੀਂ ਖੇਤੀ ਕਾਨੂੰਨ ਟਾਲ ਦਿੰਦੇ ਹਾਂ, ਪਰ ਕਿਸਾਨਾਂ ਦੀ ਇਹ ਜ਼ਿਆਦਾ, ਕਿਸਾਨਾਂ ਦੀ ਇਹ ਮੰਗ ਅਸਲ ਦੇ ਵਿੱਚ ਹੱਕੀ ਮੰਗ ਕਿ ਅਸੀਂ ਇਹ 3 ਸਾਲ ਜਾਂ 4 ਸਾਲ ਜਾਂ 2 ਸਾਲ ਜਾਂ 2.5 ਸਾਲ ਇਸ ਗੱਲ ਦੇ ਉੱਤੇ ਬਿਲਕੁਲ ਨਹੀਂ ਮੰਨਦੇ। ਅਸੀਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਜਾਣੇ ਆ। ਹੁਣ ਇਸ ਗੱਲ ਦੇ ਉੱਤੇ ਸਭ ਦੀ ਨਿਗਾਹ ਟਿਕੀ ਹੈ ਸੀ ਤੇ ਰਹੂਗੀ ਵੀ ਕਿ ਖੇਤੀ ਕਾਨੂੰਨ ਰੱਦ ਹੁੰਦੇ ਕਿ ਨਹੀਂ। ਕੇਂਦਰ ਦੀ ਸਰਕਾਰ ਕਦੋਂ ਅਗਲੀ ਮੀਟਿੰਗ ਦਾ ਸਮਾਂ ਦਿੰਦੀ ਹੈ, ਕਿਉਂਕਿ ਲੱਖ ਤਰ੍ਹਾਂ ਦੀਆਂ ਹੋਰ ਗੱਲਾਂ ਕਰ ਲਈਆਂ ਜਾਂਦੀਆਂ ਮੰਤਰੀਆਂ ਦੇ ਵੱਲੋਂ, ਪਰ ਇਹ ਨਹੀਂ ਗੱਲ ਕਹੀ ਜਾਂਦੀ ਕਿ ਆਪਾਂ ਅਗਲੀ ਮੀਟਿੰਗ ਕਦੋਂ ਕਰਨੀ ਆ, ਕਿਹੜੀ ਥਾਂ ਦੇ ਉੱਤੇ ਕਰਨੀ ਆ। ਕਿਸਾਨ ਹੁਣ ਤੱਕ ਇੱਕ ਵਾਰ ਨਹੀਂ ਅਨੇਕ ਵਾਰ ਕਹਿ ਚੁੱਕੇ ਆ ਕਿ ਸਾਨੂੰ ਦੱਸੋ ਕਿਹੜਾ ਨੰਬਰ ਹੈ, ਅਸੀਂ ਪ੍ਰਧਾਨ ਮੰਤਰੀ ਨੂੰ ਖੁਦ ਫੋਨ ਕਰ ਲੈਂਦੇ ਆ, ਇਹ ਦੱਸੋ ਆਪਾਂ ਅਗਲੀ ਮੀਟਿੰਗ ਕਿੱਥੇ ਕਰਨੀ ਆ। ਪਰ ਇਹਨਾਂ ਗੱਲਾਂ ਦੇ ਉੱਤੇ ਕੋਈ ਗੌਰ ਫਰਮਾਈ ਕਰਕੇ ਰਾਜ਼ੀ ਨਹੀਂ। ਸਾਰੇ ਆਪੋ ਆਪਣੇ ਭਾਸ਼ਣ ਬਹੁਤ ਲੰਮੇ ਚੌੜੇ ਦੇਣ ਦੇ ਵਿੱਚ ਰੁੱਝੇ ਹੋਏ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਕਿਸਾਨ ਆਗੂਆਂ ਦੇ ਵੱਲੋਂ ਨਵੇਂ ਕਿਹੜੇ-ਕਿਹੜੇ ਫੈਸਲੇ ਕੀਤੇ ਗਏ ਆ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦਿੱਲੀ ਦੀਆਂ ਵੱਖ-ਵੱਖ ਹੱਦਾਂ ਦੇ ਉੱਤੇ ਡਟੇ ਹੋਏ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਦੇ ਲਈ ਕਿਸਾਨ ਵੱਡੀ ਗਿਣਤੀ ਦੇ ਵਿੱਚ ਅੰਦੋਲਨ ਦੇ ਵਿੱਚ ਪਹੁੰਚ ਰਹੇ ਨੇ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਤੇ ਹਾਲੀਵੁੱਡ ਦੇ ਸਿਤਾਰੇ ਵੀ ਕਿਸਾਨਾਂ ਦੇ ਸਮਰਥਨ ਵਾਸਤੇ ਅੱਗੇ ਆਏ ਨੇ। ਲੰਘੇ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਅੰਦੋਲਨ ਨੂੰ ਹੋਰ ਤੇਜ਼ ਕਰਨ ਦੇ ਲਈ ਕਈ ਵੱਡੇ ਫੈਸਲੇ ਕੀਤੇ ਗਏ ਆ। ਇਹਨਾਂ ਫੈਸਲਿਆਂ ਦੇ ਮੁਤਾਬਕ 12 ਫਰਵਰੀ ਤੋਂ ਰਾਜਸਥਾਨ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਟੋਲ ਮੁਕਤ ਕਰਵਾਇਆ ਜਾਊਗਾ। 14 ਫਰਵਰੀ ਨੂੰ ਪੁਲਵਾਮਾ ਹਮਲੇ ਦੇ ਵਿੱਚ ਸ਼ਹੀਦ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਚੇਤੇ ਕਰਦੇ ਹੋਏ ਪੂਰੇ ਦੇਸ਼ ਦੇ ਵਿੱਚ ਕੈਂਡਲ ਮਾਰਚ ਤੇ ਮਸ਼ਾਲ ਯਾਤਰਾ ਤੇ ਹੋਰ ਪ੍ਰੋਗਰਾਮ ਉਲੀਕੇ ਜਾਣਗੇ। 16 ਫਰਵਰੀ ਨੂੰ ਕਿਸਾਨ ਮਸੀਹਾ ਸਰ ਛੋਟੂ ਰਾਮ ਦੇ ਜਨਮ ਦਿਨ ਦੇ ਮੌਕੇ ਤੇ ਦੇਸ਼ ਭਰ ਦੇ ਵਿੱਚ ਕਿਸਾਨ ਇਕਜੁੱਟਤਾ ਨੂੰ ਵਿਖਾਉਣਗੇ ਤੇ 18 ਫਰਵਰੀ ਨੂੰ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਦੇਸ਼ ਦੇ ਵਿੱਚ ਰੇਲ ਰੋਕੋ ਪ੍ਰੋਗਰਾਮ ਕੀਤਾ ਜਾਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਦੇਸ਼ ਦੁਨੀਆ ਦੇ ਵਿੱਚ ਵਸਦੇ ਲੋਕਾਂ ਦੇ ਮਨ ਦੀ ਵੀ ਇਹ ਇੱਛਾ ਕਿ ਇਸ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨਾ ਚਾਹੀਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਅਸੀਂ ਸ਼ਾਂਤਮਈ ਬੈਠੇ ਆ, ਸ਼ਾਂਤਮਈ ਬੈਠੇ ਰਹਿਣਾ ਚਾਹੀਦਾ, ਕਿਸੇ ਨੂੰ ਭੜਕਣਾ ਨਹੀਂ ਚਾਹੀਦਾ। ਪਰ ਜੇਕਰ ਹੋਰ ਪ੍ਰੋਗਰਾਮ ਨਾ ਉਲੀਕੇ ਜਾਣਗੇ ਤਾਂ ਨੀਰਸਤਾ ਆਉਣੀ ਕੁਦਰਤੀ ਹੈ,
ਕਿਉਂਕਿ ਅੱਜ ਜੇਕਰ ਲੋਕਾਂ ਦਾ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਤਾਂ ਇਸ ਹੁੰਗਾਰੇ ਨੂੰ ਬਰਕਰਾਰ ਲੰਮੇ ਸਮੇਂ ਵਾਸਤੇ ਰੱਖਣਾ ਪੈਣਾ, ਜਿਸ ਤਰੀਕੇ ਨਾਲ ਕੇਂਦਰ ਦੀ ਸਰਕਾਰ ਦਾ ਅੜੀਅਲ ਰਵੱਈਆ। ਹੋ ਸਕਦਾ ਇਹ ਅੰਦੋਲਨ 1 ਮਹੀਨਾ ਚੱਲੇ, ਹੋ ਸਕਦਾ 6 ਮਹੀਨੇ ਚੱਲੇ, ਹੋ ਸਕਦਾ 6 ਹਫ਼ਤੇ ਚੱਲੇ, ਕੁਝ ਕਹਿ ਨਹੀਂ ਸਕਦੇ ਹਾਲ ਦੀ ਘੜੀ, ਕਿਉਂਕਿ ਇਹ ਅਣਮਿੱਥੇ ਸਮੇਂ ਦੇ ਲਈ ਹੈ ਸਾਰੀਆਂ ਗੱਲਾਂ। ਕਿਉਂਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਹੁੰਗਾਰਾ ਕੋਈ ਨਹੀਂ ਭਰਿਆ ਜਾ ਰਿਹਾ, ਤੇ ਜੇਕਰ ਉਹ ਹੁੰਗਾਰਾ ਭਰਦੇ ਆ ਤਾਂ ਉਹ ਗੱਲ ਆ ਜਿਹੜੀ ਕਿਸਾਨਾਂ ਦੇ ਪੱਖ ਦੀ ਨਹੀਂ ਹੁੰਦੀ, ਉਹ ਫਿਰ ਗੱਲ ਗੋਲ-ਬੋਲ ਕਰਕੇ ਤੇ ਪਰੇ ਨੂੰ ਸੁੱਟ ਦਿੰਦੇ ਆ ਕੇਂਦਰ ਦੇ ਮੰਤਰੀ, ਜਿਹਦੇ ਕਰਕੇ ਮਸਲਾ ਉੱਥੇ ਦਾ ਉੱਥੇ ਆ ਕੇ ਖੜ ਜਾਂਦਾ। ਸੋ ਇਸ ਕਰਕੇ ਜਿਹੜੇ ਨਵੇਂ ਪ੍ਰੋਗਰਾਮ ਉਲੀਕੇ ਗਏ ਆ, ਇਹਨਾਂ ਨੂੰ ਸ਼ਿੱਦਤ ਦੇ ਨਾਲ ਕਿਸਾਨ ਆਗੂਆਂ ਦੇ ਵੱਲੋਂ ਸਫਲ ਬਣਾਉਣ ਦੀ ਲਈ ਬੇਨਤੀ ਕੀਤੀ ਗਈ ਆ। ਉਹਨਾਂ ਨੇ ਅਪੀਲ ਕੀਤੀ ਆ ਕਿ ਪੂਰੇ ਭਾਰਤ ਦੇ ਕਿਸਾਨ ਆ ਜਿਹੜੇ, ਉਹ ਇਸ ਵਕਤ ਅੱਗੇ ਆਉਣ ਤੇ ਇਹ ਸਾਰੇ ਪ੍ਰੋਗਰਾਮ ਨੂੰ ਜਿਹੜੇ ਕਿ ਵੱਖ-ਵੱਖ ਤਰੀਕਿਆਂ ਨਾਲ ਸੰਬੰਧਿਤ ਹੈ, ਇਹਨਾਂ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਉਸ ਤੋਂ ਅਗਲੀ ਗੱਲ ਇਹ ਆ ਕਿ ਪਿਛਲੇ ਦਿਨੀ 6 ਫਰਵਰੀ ਨੂੰ ਭਾਰਤ ਦੇ ਵਿੱਚ 3 ਘੰਟੇ ਦਾ ਚੱਕਾ ਜਾਮ ਰੱਖਿਆ ਸੀ। ਉਹਦੇ ਵਿੱਚ ਯੂਪੀ ਤੇ ਉੱਤਰਾਖੰਡ ਤੇ ਦਿੱਲੀ, ਇਹਨਾਂ 3 ਸੂਬਿਆਂ ਦੇ ਵਿੱਚ ਚੱਕਾ ਜਾਮ ਨਹੀਂ ਸੀ ਹੋਇਆ। ਇਸ ਮਾਮਲੇ ਦੇ ਉੱਤੇ ਕੁਝ ਕਿਸਾਨ ਆਗੂਆਂ ਦੀ ਆਪਸ ਦੇ ਵਿੱਚ ਥੋੜੀ ਬਹੁਤੀ ਸੁਰ ਰਲਣੀ ਬੰਦ ਵੀ ਹੋਈ ਸੀ, ਪਰ ਲੰਘੇ ਕੱਲ੍ਹ ਦੀ ਮੀਟਿੰਗ ਦੇ ਵਿੱਚ ਇਹ ਸਾਰੀਆਂ ਗੱਲਾਂ ਫਿਰ ਖਤਮ ਹੋ ਗਈਆਂ। ਕਿਸਾਨ ਆਗੂਆਂ ਦੇ ਵੱਲੋਂ ਮਿਲ ਕੇ ਮੀਟਿੰਗ ਕੀਤੀ ਗਈ ਹੈ ਜਿਹੜੀ, ਇਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਅਸੀਂ ਇਕਜੁੱਟ ਸੀ ਹਾਂ ਤੇ ਰਹਾਂਗੇ। ਨਾ ਤਾਂ ਇਸ ਵਕਤ ਕੋਈ ਮੰਚ ਬਦਲਿਆ ਜਾਊਗਾ ਤੇ ਨਾ ਹੀ ਕੋਈ ਇਸ ਵਕਤ ਨੇਤਾ ਬਦਲਿਆ ਜਾਊਗਾ। ਇਹ ਗੱਲ ਕਹੀ ਆ ਰਾਕੇਸ਼ ਟਕੈਤ ਹੋਰਾਂ ਨੇ ਕਿ ਸਿੰਘੂ ਬਾਰਡਰ ਆ ਜਿਹੜਾ ਉਹ ਇਸ ਅੰਦੋਲਨ ਦਾ ਮੁੱਖ ਕੇਂਦਰ ਰਹੂਗਾ, ਤੇ ਸਾਨੂੰ ਇਸ ਗੱਲ ਦਾ ਕੋਈ ਚਾਅ ਨਹੀਂ ਹੈ ਕਿ ਅਸੀਂ ਗਾਜ਼ੀਪੁਰ ਦੇ ਬਾਰਡਰ ਦੇ ਉੱਤੇ ਸਾਰਾ ਕੁਝ ਕੇਂਦਰਿਤ ਕਰੀਏ। ਉਹਨਾਂ ਨੇ ਜਿਹੜੀ ਗੱਲ ਕਹੀ ਆ, ਕੱਲ੍ਹ ਨੂੰ ਕੁਝ ਹੋਰ ਹੁੰਦਾ, ਕੁਝ ਕਹਿ ਨਹੀਂ ਸਕਦੇ, ਪਰ ਇਹ ਵੀ ਗੱਲ ਕਹੀ ਗਈ ਹੈ ਕਿ ਇੱਕ ਦੂਜੇ ਦੇ ਖਿਲਾਫ ਕੋਈ ਵੀ ਬਿਆਨ ਨਹੀਂ ਦਿੱਤਾ ਜਾਊਗਾ। ਹੋ ਸਕਦਾ ਵੀ ਕਿਸੇ ਗੱਲ ਦੇ ਉੱਤੇ, ਕਿਸੇ ਫੈਸਲੇ ਦੇ ਉੱਤੇ ਕਿਸੇ ਦੇ ਮਨ ਦੇ ਵਿੱਚ ਅਸਹਿਮਤੀ ਹੋਵੇ, ਪਰ ਅਸੀਂ ਕਿਸੇ ਨੇ ਵੀ ਕਿਸੇ ਮੁਤਲਕ ਕੋਈ ਕੁੜੱਤਣ ਵਾਲੀ ਗੱਲ ਨਹੀਂ ਕਰਨੀ। ਇਸ ਵਕਤ ਏਕੇ ਦਾ ਸੁਨੇਹਾ ਦੇਣਾ, ਤੇ ਸਭ ਤੋਂ ਵੱਡੀ ਜ਼ਰੂਰਤ ਹੈ ਵੀ ਇਸ ਵਕਤ ਇਸੇ ਗੱਲ ਦੀ ਕਿ ਏਕੇ ਦਾ ਸੁਨੇਹਾ ਦਿੱਤਾ ਜਾਵੇ ਤੇ ਸਭ ਨੂੰ ਇਕੱਠੇ ਕਰਕੇ ਨਾਲ ਦੀ ਨਾਲ ਤੁਰਿਆ ਜਾਵੇ। ਦੋ ਬੜੀਆਂ ਮਹੱਤਵਪੂਰਨ ਜਾਣਕਾਰੀਆਂ ਹੋਰ ਪ੍ਰਾਪਤ ਹੋਈਆਂ। ਇੱਕ ਤਾਂ ਇਕਬਾਲ ਸਿੰਘ, ਜਿਹੜੇ ਕਿ ਦਿੱਲੀ ਲਾਲ ਕਿਲੇ ਦੀ ਹਿੰਸਾ ਦੇ ਮਾਮਲੇ ਦੇ ਵਿੱਚ ਕਿਹਾ ਗਿਆ ਸੀ ਪੁਲਿਸ ਦੇ ਵੱਲੋਂ ਕਿ ਇਹ ਕਸੂਰਵਾਰ ਆ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਸ਼ਿਆਰਪੁਰ ਤੋਂ। ਲੁਧਿਆਣੇ ਦੇ ਨਾਲ ਉਹ ਸੰਬੰਧਿਤ ਹੈ, 45-48 ਸਾਲ ਦੀ ਉਮਰ ਹੈ। ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਉਹ ਕਈ ਵਾਰ ਗਏ ਆ। ਉਹਨਾਂ ਦੀ ਫੇਸਬੁੱਕ ਦੇ ਉੱਤੇ ਇੱਕ ਵੀਡੀਓ ਆ ਜਿਹਦੇ ਵਿੱਚ ਉਹ ਭੱਜਦੇ ਦਿਖਾਈ ਦੇ ਰਹੇ ਆ ਤੇ ਪੁਲਿਸ ਮੁਲਾਜ਼ਮਾਂ ਨੂੰ ਕੁਝ ਕਹਿੰਦੇ ਆ, ਸ਼ਾਇਦ ਉਹ ਧਮਕੀ ਭਰੀ ਕੋਈ ਗੱਲ ਕਹਿੰਦੇ ਹੋਣ। ਇਸ ਕਰਕੇ ਹੁਸ਼ਿਆਰਪੁਰ ਦੇ ਵਿੱਚੋਂ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਕਬਾਲ ਸਿੰਘ ਹੋਰਾਂ ਦੇ ਉੱਤੇ 50,000 ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਪਰਸੋਂ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ, ਲੰਘੇ ਕੱਲ੍ਹ ਇਕਬਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਜਿਹੜੀਆਂ ਦੋ ਮਹੱਤਵਪੂਰਨ ਖਬਰਾਂ, ਉਹਦੇ ਵਿੱਚ ਇੱਕ ਨਵਰੀਤ ਸਿੰਘ ਦੇ ਦਾਦਾ ਜੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਾਈ ਗਈ ਪਟੀਸ਼ਨ ਨਾਲ ਸੰਬੰਧਿਤ ਹੈ। ਨਵਰੀਤ ਸਿੰਘ ਡਿਬਡਿਬਾ ਪਿੰਡ ਦਾ, ਨਵਰੀਤ ਸਿੰਘ ਦੀ ਮੌਤ ਹੋ ਗਈ ਟਰੈਕਟਰ ਪਲਟਣ ਦੇ ਕਰਕੇ, ਪੁਲਿਸ ਇਹ ਗੱਲ ਕਹਿੰਦੀ ਹੈ 26 ਤਰੀਕ ਨੂੰ, ਪਰ ਭਰੋਸੇਯੋਗ ਸੂਤਰ ਇਹ ਗੱਲ ਕਹਿੰਦੇ ਆ, ਜਾਂ ਆਪਾਂ ਇਹ ਗੱਲ ਕਹਿ ਲਈਏ ਵੀ ਕੁਝ ਲੋਕਾਂ ਦੇ ਵੱਲੋਂ ਇਸ ਗੱਲ ਦਾ ਸ਼ੱਕ ਪ੍ਰਗਟਾਇਆ ਗਿਆ ਵੀ ਪੁਲਿਸ ਦੀ ਗੋਲੀ ਦੇ ਕਰਕੇ ਇਸ ਨੌਜਵਾਨ ਦੀ ਮੌਤ ਹੋਈ ਹੈ। ਤੇ ਉਸ ਨੌਜਵਾਨ ਦੇ ਦਾਦਾ ਜੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਇੱਕ ਵਿਸ਼ੇਸ਼ SIT ਬਣਾਉਣ ਦੀ ਮੰਗ ਕੀਤੀ ਗਈ ਹੈ। ਤੇ ਇਹ ਗੱਲ ਕਹੀ ਗਈ ਹੈ ਕਿ ਸਾਨੂੰ ਹੱਕ ਹੈ ਇਸ ਗੱਲ ਨੂੰ ਜਾਣਨ ਦਾ ਕਿ ਸਾਡੇ ਪੋਤੇ ਦੀ, ਸਾਡੇ ਪਰਿਵਾਰਕ ਮੈਂਬਰ ਦੀ, ਸਾਡੇ ਖੂਨ ਦੀ ਮੌਤ ਕਿਵੇਂ ਹੋਈ ਆ, ਉਹਦਾ ਕਤਲ ਹੋਇਆ ਜਾਂ ਇਹਦੇ ਪਿੱਛੇ ਕਿਹੜਾ ਕਾਰਨ ਹੈ, ਇਹਦੀ ਪੜਤਾਲ ਹੋਣੀ ਚਾਹੀਦੀ ਹੈ ਨਿਰਪੱਖ ਤੌਰ ਦੇ ਉੱਤੇ। ਪਰ ਇਸੇ ਦਰਮਿਆਨ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਜਿਹਦੇ ਵਿੱਚ ਨੌਦੀਪ ਕੌਰ, ਜਿਹੜੀ ਕਿ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ, ਤੇ ਉਹ ਇਸ ਵਕਤ ਹਰਿਆਣੇ ਦੀ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਜਾਣ ਕਰਕੇ ਤੇ ਜੇਲ੍ਹ ਦੇ ਵਿੱਚ ਹੈ। ਤੇ ਮੰਗ ਕੀਤੀ ਗਈ ਹੈ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਿ ਨੌਦੀਪ ਕੌਰ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ ਉਹਦੇ ਪ੍ਰਤੀ ਨਰਮੀ ਵੀ ਵਰਤਣੀ ਚਾਹੀਦੀ ਹੈ, ਕਿਉਂਕਿ ਉਹ ਹਾਲੇ ਬੱਚੀ ਹੈ ਤੇ ਉਹਦੇ ਵੱਲੋਂ ਕੋਈ ਵੱਡਾ ਕਸੂਰ ਵੀ ਨਹੀਂ ਕੀਤਾ ਗਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਬਾਅਦ ਵਿੱਚ ਕਰਾਂਗੇ ਟਿੱਪਣੀ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਚੀਫ ਜਸਟਿਸ ਨੂੰ ਬੇਨਤੀ ਕੀਤੀ ਹੈ ਕਿ ਕਿਸਾਨ ਅੰਦੋਲਨ ਦੌਰਾਨ 23 ਸਾਲਾ ਨੌਦੀਪ ਕੌਰ ਨੂੰ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਨੌਦੀਪ ਕੌਰ ਸੋਨੀਪਤ ਦੀ ਜੇਲ੍ਹ ਦੇ ਵਿੱਚ ਬੰਦ ਹੈ। ਪ੍ਰਤਾਪ ਬਾਜਵਾ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਨੌਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਗਿਆ। ਟੱਬਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਨੌਦੀਪ ਕੌਰ ਨੂੰ ਜਿਨਸੀ ਤੌਰ ਦੇ ਉੱਤੇ ਵੀ ਟੌਰਚਰ ਕੀਤਾ। ਹਰਿਆਣਾ ਪੁਲਿਸ ਨੇ ਨੌਦੀਪ ਕੌਰ ਦੇ ਮਾਮਲੇ ਵਿੱਚ FIR ਵੀ ਆਨਲਾਈਨ ਅਪਲੋਡ ਨਹੀਂ ਕੀਤੀ। ਬਾਜਵਾ ਨੇ ਆਪਣੀ ਇਸ ਚਿੱਠੀ ਦੇ ਵਿੱਚ ਨੌਦੀਪ ਕੌਰ ਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਹੈ। ਮੁਕਤਸਰ ਸਾਹਿਬ ਦੀ ਰਹਿਣ ਵਾਲੀ ਨੌਦੀਪ ਕੌਰ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੀ ਹੈ, ਜੋ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਦੀ ਆਵਾਜ਼ ਬੁਲੰਦ ਕਰ ਰਹੀ ਸੀ ਤੇ 12 ਜਨਵਰੀ ਨੂੰ ਹਰਿਆਣਾ ਦੀ ਸੋਨੀਪਤ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ, ਵੱਖ-ਵੱਖ ਹੋਰ ਸਮਾਜ ਸੇਵੀ ਜਥੇਬੰਦੀਆਂ ਤੇ ਵੱਖ-ਵੱਖ ਹੋਰ
ਖਿੱਤਿਆਂ ਦੇ ਵਿੱਚ ਕੰਮਕਾਜ ਕਰਨ ਵਾਲੇ ਲੋਕ ਆ ਜਿਹੜੇ, ਉਹਨਾਂ ਦੇ ਵੱਲੋਂ ਇਸ ਵਕਤ ਨੌਦੀਪ ਕੌਰ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਦੇਸ਼ ਦੁਨੀਆ ਦੇ ਵਿੱਚ ਇਸ ਗੱਲ ਦੇ ਉੱਤੇ ਬਹੁਤ ਵੱਡੀ ਚਰਚਾ ਚੱਲ ਰਹੀ ਹੈ ਕਿ ਨੌਦੀਪ ਕੌਰ ਦੇ ਨਾਲ ਜੋ ਜ਼ਿਆਦਤੀ ਕੀਤੀ ਗਈ ਆ ਉਹਦੇ ਬਾਬਤ ਪੁਲਿਸ ਦੇ ਵੱਲੋਂ ਕੋਈ ਸਹੀ ਜਾਣਕਾਰੀ ਦਿੱਤੀ ਕਿਉਂ ਨਹੀਂ ਜਾ ਰਹੀ। ਕਿਉਂਕਿ ਜਦੋਂ ਵਕੀਲ ਪਿਛਲੇ ਦਿਨੀ ਮਿਲ ਕੇ ਆਇਆ ਨੌਦੀਪ ਕੌਰ ਨੂੰ, ਇਹ ਗੱਲ ਕਹੀ ਗਈ ਕਿ ਕੁੜੀ ਦੇ ਨਾਲ ਜ਼ਬਰਦਸਤੀ ਹੋਈ ਲੱਗਦੀ ਹੈ, ਉਹਦੇ ਨਾਲ ਧੱਕੇਸ਼ਾਹੀ ਦੀ ਗੱਲ ਸਾਹਮਣੇ ਆਈ ਹੈ। ਪਰ ਇਸ ਮਾਮਲੇ ਦੇ ਉੱਤੇ ਹੁਣ ਤੱਕ ਸਪਸ਼ਟ ਤੌਰ ਦੇ ਉੱਤੇ ਕੁਝ ਵੀ ਨਹੀਂ ਆ ਰਿਹਾ ਸਾਹਮਣੇ। ਇਹਦੇ ਕਰਕੇ ਟੱਬਰ ਦੀ ਵੀ ਤੇ ਬਾਕੀ ਲੋਕਾਂ ਦੀ ਵੀ ਚਿੰਤਾ ਦੇ ਵਿੱਚ ਵਾਧਾ ਹੋਇਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਨੌਦੀਪ ਕੌਰ ਨੂੰ ਹੁਣ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਊਗਾ ਜਾਂ ਨਹੀਂ, ਇਹ ਤਾਂ ਵਕਤ ਬਿਆਨ ਕਰੂਗਾ। ਪਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਆਪਣਾ ਫਰਜ਼ ਜ਼ਰੂਰ ਨਿਭਾਇਆ ਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਜਾਂ ਕੋਈ ਵੀ ਕੇਂਦਰੀ ਮੰਤਰੀ ਜਦੋਂ ਹੁਣ ਦਿੱਲੀ ਦੇ ਵਿੱਚ ਪੁਲਿਸ ਦੇ ਵੱਲੋਂ ਅਤਿਆਚਾਰ ਕੀਤਾ ਗਿਆ, ਕਿਸਾਨਾਂ ਦੇ ਉੱਤੇ ਗੁੰਡੇ ਬਦਮਾਸ਼ਾਂ ਦੇ ਵੱਲੋਂ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਗਿਆ, ਸਿੱਖਾਂ ਦੇ ਨੌਜਵਾਨਾਂ ਦੇ ਚਿਹਰਿਆਂ ਦੇ ਉੱਤੇ ਪੁਲਿਸ ਦੇ ਵੱਲੋਂ ਪੈਰ ਰੱਖ ਕੇ ਉਹਨਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ, ਉਸ ਤੋਂ ਬਾਅਦ ਕੰਡਿਆਲਗਾਂ ਤਾਰਾਂ ਲਾਈਆਂ ਗਈਆਂ, ਕਿਸਾਨਾਂ ਨੇ ਫੁੱਲ ਲਾਏ ਆ, ਉਹਨਾਂ ਨੇ ਉੱਥੇ ਕਿੱਲਾਂ ਗੱਡੀਆਂ। ਇਸ ਗੱਲ ਦੇ ਉੱਤੇ ਕੋਈ ਵੀ ਨਹੀਂ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ, ਨਾ ਹੀ ਕੋਈ ਇਸ ਮਾਮਲੇ ਦੇ ਉੱਤੇ ਕੇਂਦਰੀ ਮੰਤਰੀ ਲੋਕ ਸਭਾ ਰਾਜ ਸਭਾ ਦੇ ਵਿੱਚ ਬੋਲਦਾ। ਇਸ ਤੋਂ ਬਾਅਦ ਹੈਰਾਨੀ ਦੀ ਗੱਲ ਕੀ ਹੋਣੀ ਹੈ ਕਿ ਨਵਰੀਤ ਸਿੰਘ ਦੇ ਮਾਮਲੇ ਤੇ ਕੋਈ ਨਹੀਂ ਬੋਲਦਾ, ਨੌਦੀਪ ਕੌਰ ਦੇ ਮਾਮਲੇ ਦੇ ਉੱਤੇ ਕੋਈ ਨਹੀਂ ਬੋਲਦਾ। ਸਾਰੇ ਗੱਲਾਂ ਦਾ ਕੜਾਹ ਬਣਾ ਕੇ ਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਕਿਸਾਨ ਉੱਥੇ ਦੇ ਉੱਥੇ ਖੜੇ ਆ। ਕਿਸਾਨਾਂ ਦੇ ਹੌਸਲੇ ਹਾਲੇ ਤੱਕ ਬੁਲੰਦ ਹੈ, ਇਹ ਬੁਲੰਦ ਰਹਿਣ। ਅਸੀਂ ਇਸ ਗੱਲ ਦੀ ਆਸ ਤੇ ਅਰਦਾਸ ਕਰਦੇ ਹਾਂ। ਸਿੱਟਾ ਕੀ ਨਿਕਲੂਗਾ, ਇਹ ਵਕਤ ਦੇ ਗਰਭ ਦੇ ਵਿੱਚ ਲੁਕੀ ਹੋਈ ਗੱਲ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।